ਰਾਏ ਸਾਹਿਬ ਕੀ ਲੱਗਦਾ ਕਿ ਇੱਕ ਦਿਨ ਦੇ ਭਾਰਤ ਬੰਦ ਕਰਨ ਦੇ ਨਾਲ ਮਸਲੇ ਦਾ ਹੱਲ ਨਿਕਲੇਗਾ? ਇਹ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾਉਣ ਲਈ ਇਹ ਸਟੈਪ ਹੁੰਦੇ ਆ। ਉਹ ਸਟੈਪ ਆਪਣਾ ਬੜਾ ਅੱਛਾ ਰਿਹਾ। ਕਹਿੰਦੇ ਜਿਹੜਾ ਗੋਦੀ ਮੀਡੀਆ ਖਾਸ ਕਰਕੇ ਬੋਲਦਾ ਹੈ ਉਹਨਾਂ ਵਾਸਤੇ ਵੀ ਇਹ ਗੱਲ ਜਿਹੜੀ ਸੀਗੀ ਸਰਕਾਰ ਨੂੰ ਪਤਾ ਲੱਗ ਗਈ ਕਿ ਹਰ ਜਿਹੜਾ ਜਨ ਅੰਦੋਲਨ ਬਣ ਚੁੱਕਾ ਹੈ। ਇਹ ਹਰ ਸਟੇਟ ਦੇ ਵਿੱਚ ਲੋਕਾਂ ਨੇ ਸਹਿਯੋਗ ਕੀਤਾ ਹੈ। ਕੁਝ ਕੁ ਕਿਸਾਨ ਨਹੀਂ, ਇਹ ਸਾਰੇ ਵਰਗ ਇਹਨਾਂ ਦੇ ਨਾਲ ਨੇ ਜਿਨ੍ਹਾਂ ਨੇ ਆਪਣੇ ਆਪਣੇ ਨਾਕਿਆਂ 'ਚ ਚੌਂਕਾਂ 'ਚ ਜਾਣਾ ਸੀ ਧਰਨੇ ਤੇ। ਉਹਨਾਂ ਤੋਂ ਪਹਿਲੇ ਬਾਜ਼ਾਰ ਸਾਰਾ ਬੰਦ ਸੀ। ਲੋਕਾਂ ਨੇ, ਦੁਕਾਨਦਾਰਾਂ ਨੇ, ਸਾਰਿਆਂ ਨੇ ਬੜਾ ਅੱਛਾ ਸਹਿਯੋਗ ਦਿੱਤਾ। ਇਸੇ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਸਹਿਯੋਗ ਕੀਤਾ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਜੁੜੇ ਹੋਏ ਨੇ ਜੀ। ਰਾਏ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਜੀ ਸਤਿ ਸ਼੍ਰੀ ਅਕਾਲ। ਰਾਏ ਸਾਹਿਬ, ਜਿਹੜਾ ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਪੂਰਨ ਤੌਰ ਤੇ ਸਮਰਥਨ ਮਿਲਿਆ, ਕਿਸ ਤਰ੍ਹਾਂ ਰਿਹਾ ਸਾਰਾ ਜਿਹੜਾ ਭਾਰਤ ਬੰਦ ਦਾ? ਤੁਸੀਂ ਵੱਧ ਚੜ ਕੇ ਜਿਹੜਾ ਸਹਿਯੋਗ ਸਾਰੇ ਕਿਸਾਨਾਂ ਦੇ ਵੱਲੋਂ ਕੀ ਆਮ ਵਰਗਾਂ ਦੇ ਵੱਲੋਂ ਵੀ ਦਿੱਤਾ ਗਿਆ, ਕਿਵੇਂ ਰਿਹਾ ਪੂਰਾ ਭਾਰਤ ਬੰਦ ਦਾ ਜਿਹੜਾ ਸੱਦਾ ਤੁਸੀਂ ਦਿੱਤਾ ਗਿਆ ਸੀ? ਕਿਸ ਤਰ੍ਹਾਂ ਸਮਰਥਨ ਮਿਲਿਆ ਪੂਰਾ? ਬੜਾ ਸਫਲਤਾਪੂਰਵਕ ਰਿਹਾ ਜੀ। ਬਿਲਕੁਲ ਇਹ ਕਹਿ ਸਕਦੇ ਹਾਂ ਕਿ 18-19 ਸਟੇਟਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਅੱਛਾ ਰਿਹਾ ਜੀ। ਹਾਂਜੀ, ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਆਮ ਲੋਕਾਂ ਨੇ ਸਮਝ ਲਿਆ। ਤੁਸੀਂ ਵੇਖਿਆ ਹੋ ਪੰਜਾਬ ਦੇ ਵਿੱਚ ਤਾਂ ਆਪ ਹੀ ਲੋਕਾਂ ਨੇ ਸਾਡੇ, ਹਾਲਾਂਕਿ ਜਿਹੜੇ ਕਿਸਾਨ ਸੀਗੇ, ਸਾਡੇ ਵੀਰ ਸੀਗੇ ਜਿਨ੍ਹਾਂ ਨੇ ਆਪਣੇ ਆਪਣੇ ਨਾਕਿਆਂ 'ਚ ਚੌਂਕਾਂ 'ਚ ਜਾਣਾ ਸੀ ਧਰਨੇ ਤੇ, ਉਹਨਾਂ ਤੋਂ ਪਹਿਲੇ ਬਾਜ਼ਾਰ ਸਾਰਾ ਬੰਦ ਸੀ। ਲੋਕਾਂ ਨੇ, ਦੁਕਾਨਦਾਰਾਂ ਨੇ, ਸਾਰਿਆਂ ਨੇ ਬੜਾ ਅੱਛਾ ਸਹਿਯੋਗ ਦਿੱਤਾ। ਇਸੇ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਸਹਿਯੋਗ ਕੀਤਾ ਇਸ ਬੰਦ ਦੇ ਵਿੱਚ। ਬੜਾ ਸਫਲ ਰਿਹਾ ਜੀ ਇਹ ਬੰਦ। ਰਾਏ ਸਾਹਿਬ, ਜਿਹੜੀ ਜ਼ਰੂਰੀ ਵਸਤਾਂ ਸੀ, ਜਿਹੜੀ ਜ਼ਰੂਰੀ ਲੋਕ ਸੀ ਜਿਨ੍ਹਾਂ ਨੂੰ ਜ਼ਰੂਰਤ ਸੀ ਜਾਣ ਦੀ, ਕੋਈ ਬਿਮਾਰ ਸੀ, ਕਿਸੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਸੀ ਜਿਨ੍ਹਾਂ ਦਾ, ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਉੱਥੇ ਲੰਘਾਇਆ ਗਿਆ? ਕਿਸ ਤਰ੍ਹਾਂ ਸ਼ਾਂਤਪੂਰਨ ਢੰਗ ਦੇ ਨਾਲ ਰਿਹਾ ਸਾਰਾ ਕੁਝ ਇਹ? ਬਿਲਕੁਲ ਜੀ। ਅਸੀਂ ਪਹਿਲਾਂ ਸਾਡੀ ਕਾਲ ਹੀ ਇਹ ਸੀ ਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਆ ਉਹ ਸਾਰੀਆਂ ਚਾਲੂ ਰਹਿਣਗੀਆਂ ਤੇ ਇਸ ਕਰਕੇ ਉਹ ਸਾਰਾ ਹੀ ਟੋਟਲ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ। ਕਿਤੇ ਇੱਕਾ ਦੁੱਕਾ ਥਾਂ ਤੇ ਹੁੰਦਾ, ਜਿਵੇਂ ਕਿ ਅਸੀਂ ਅਨੰਦਪੁਰ ਸਾਹਿਬ ਦੇ ਮੇਲੇ ਵਾਸਤੇ ਵੀ ਕਿਹਾ ਹੋਇਆ ਸੀਗਾ ਕਿ ਜੋ ਟਰਾਲੀਆਂ ਜਾਂਦੀਆਂ ਨੇ, ਜੋ ਸਾਧਨਾਂ ਤੇ ਲੋਕ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਹੋਲੇ ਮਹੱਲੇ ਤੇ, ਉਹਨਾਂ ਨੂੰ ਵੀ ਨਹੀਂ ਰੋਕਿਆ ਜਾਵੇ। ਸੋ ਬੜਾ ਵਧੀਆ ਸਹਿਯੋਗ ਕੀਤਾ ਜੀ ਲੋਕਾਂ ਨੇ। ਸਾਰੇ ਇਸੇ ਤਰ੍ਹਾਂ ਠੀਕ ਰਿਹਾ ਜੀ, ਲਗਭਗ ਮਤਲਬ ਬਹੁਤ ਹੀ ਵਧੀਆ ਰਿਹਾ ਜੀ। ਰਾਏ ਸਾਹਿਬ, ਕੀ ਲੱਗਦਾ ਕਿ ਇੱਕ ਦਿਨ ਦੇ ਭਾਰਤ ਬੰਦ ਕਰਨ ਦੇ ਨਾਲ ਮਸਲੇ ਦਾ ਹੱਲ ਨਿਕਲੇਗਾ? ਦੇਖੋ, ਇਸ ਤਰ੍ਹਾਂ ਹੁੰਦਾ ਜੀ, ਇਮਰਾਨ ਜੀ, ਮੈਂ ਇਹ ਗੱਲ ਕਹਾਂਗਾ ਵੀ ਆਮ ਸਰਕਾਰ ਨੂੰ ਹਲੂਣਾ ਦੇਣ ਵਾਸਤੇ, ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਇਹ ਅੰਦੋਲਨ ਦੇ ਸਟੈਪ ਹੁੰਦੇ ਨੇ। ਉਹਦੇ ਵਿੱਚ ਬੰਦ ਦਾ ਸੱਦਾ ਹੋ ਗਿਆ ਜਾਂ ਕੋਈ ਹੋਰ ਪ੍ਰੋਟੈਸਟ ਹੋ ਗਿਆ ਹੈੱਡਕੁਆਟਰਾਂ ਤੇ, ਜਿੱਦਾਂ ਦੇਈਦੇ ਆ ਧਰਨੇ ਜਾਂ ਮੰਗ ਪੱਤਰ ਦੇਣੇ, ਜਾਂ ਕੋਈ ਹੋਰ ਕਾਲ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਜਿੱਦਾਂ KMP ਬੰਦ ਕੀਤਾ ਸੀ ਦਿੱਲੀ ਆਪਾਂ। ਸੋ ਇਹ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾਉਣ ਲਈ ਇਹ ਸਟੈਪ ਹੁੰਦੇ ਆ। ਉਹ ਸਟੈਪ ਆਪਣਾ ਬੜਾ ਅੱਛਾ ਰਿਹਾ ਔਰ ਸਰਕਾਰ ਜਿਹੜੀ ਆ ਉਹਨੂੰ ਇਹ ਸਮਝ ਲੈਣਾ ਚਾਹੀਦਾ। ਜਿਹੜੀ ਸਰਕਾਰ ਕਹਿੰਦੀ ਆ ਕਿ ਕੁਛ ਕਿਸਾਨ ਬੈਠੇ ਨੇ, ਕੁਛ ਚਲੇ ਗਏ ਨੇ, ਜਿਹੜਾ ਗੋਦੀ ਮੀਡੀਆ ਖਾਸ ਕਰਕੇ ਬੋਲਦਾ ਹੈ, ਉਹਨਾਂ ਵਾਸਤੇ ਵੀ ਇਹ ਗੱਲ ਜਿਹੜੀ ਸੀਗੀ ਸਰਕਾਰ ਨੂੰ ਪਤਾ ਲੱਗ ਗਈ ਕਿ ਹਰ ਜਿਹੜਾ ਜਨ ਅੰਦੋਲਨ ਬਣ ਚੁੱਕਾ ਹੈ। ਇਹ ਹਰ ਸਟੇਟ ਦੇ ਵਿੱਚ ਲੋਕਾਂ ਨੇ ਸਹਿਯੋਗ ਕੀਤਾ ਹੈ। ਕੁਛ ਕੁ ਕਿਸਾਨ ਨਹੀਂ, ਇਹ ਸਾਰੇ ਵਰਗ ਇਹਨਾਂ ਦੇ ਨਾਲ ਨੇ। ਬਿਲਕੁਲ, ਚਾਹੇ ਉਹ ਰਿਟਾਇਰ ਮੁਲਾਜ਼ਮ ਨੇ, ਚਾਹੇ ਮੁਲਾਜ਼ਮ ਜਥੇਬੰਦੀਆਂ ਨੇ, ਚਾਹੇ ਉਹ ਇੰਡਸਟਰੀਅਲ ਨੇ, ਚਾਹੇ ਆੜ੍ਹਤੀਆ ਵਰਗ ਹੈ, ਵਪਾਰੀ ਵਰਗ ਹੈ, ਸਾਰਿਆਂ ਨੇ ਸਹਿਯੋਗ ਕੀਤਾ। ਸਰਕਾਰ ਨੂੰ ਇਹ ਹੁਣ ਸਮਝ ਲੈਣਾ ਚਾਹੀਦਾ ਕਿ ਇਹਦੇ ਵਿੱਚ ਜਨ ਅੰਦੋਲਨ ਬਣ ਚੁੱਕਾ, ਸਾਰੇ ਵਰਗ ਸ਼ਾਮਲ ਸਨ ਜੀ। ਰਾਏ ਸਾਹਿਬ, ਇੱਕ ਮੁਕਤਸਰ ਸਾਹਿਬ ਦੀ ਗੱਲ ਕੀਤੀ ਜਾਵੇ। ਮੁਕਤਸਰ ਸਾਹਿਬ ਦੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਸਿਆਸੀ ਰੈਲੀਆਂ ਜਿਹੜੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਮੁਕਤਸਰ ਸਾਹਿਬ ਦੇ ਵਿੱਚ, ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਤੁਹਾਡੇ ਜਥੇਬੰਦੀਆਂ ਦੇ ਵੱਲੋਂ ਵੀ ਕੋਈ ਅਜਿਹਾ ਐਲਾਨ? ਨਹੀਂ, ਹਲੇ ਇਹ ਦੇਖੋ, ਮੈਂ ਇਕੱਲਿਆਂ ਐਲਾਨ ਨਹੀਂ ਕੋਈ ਕਰ ਸਕਦਾ। ਵੈਸੇ ਉਹ ਅਸੀਂ ਉਹਨੂੰ ਕਹਾਂਗੇ ਵੀ ਕਿਉਂਕਿ ਹਰਿਆਣੇ ਵਾਲਿਆਂ ਨੇ ਤਾਂ ਇਹ ਆਲਰੇਡੀ ਕਰ ਦਿੱਤਾ ਹੋਇਆ ਕਿ ਉਹ ਸਿਆਸੀ ਬੰਦਿਆਂ ਨੂੰ, ਜਿਵੇਂ ਹੁਣ ਕਹਿ ਦਿਓ ਕਿ ਮੁੱਖ ਮੰਤਰੀ ਦਾ ਉਹਨੇ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਹੈਲੀਪੈਡ ਪਰ ਸੁੱਟਿਆ। ਹਰਿਆਣੇ ਵਾਲਿਆਂ ਨੇ ਬੜਾ ਇਸ ਗੱਲ ਦੇ ਵਿੱਚ, ਸਾਨੂੰ ਪੰਜਾਬ ਵਾਲਿਆਂ ਨੂੰ ਵੀ ਇਸ ਗੱਲ ਤੇ ਧਿਆਨ ਦੇਣਾ ਪਊਗਾ ਕਿ ਹੁੰਦਾ ਉਹਨਾਂ ਜਿਹੜਾ ਪੰਜਾਬ ਤੋਂ ਚੱਲ ਕੇ ਗਿਆ। ਪਰ ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਕਾਲ ਨਹੀਂ ਦਿੱਤੀ ਜਾਂਦੀ, ਮੈਂ ਇਕੱਲਿਆਂ ਕੋਈ ਕਾਲ ਨਹੀਂ ਦੇ ਸਕਦਾ। ਹੋ ਸਕਦਾ ਏਦਾਂ ਦੀ ਕਾਲ ਦਿੱਤੀ ਜਾਵੇ ਤੇ ਇਹ ਵੀ ਕੋਈ ਦੋ ਰਾਏ ਨਹੀਂ ਕਿ ਜਿਹੜੇ ਪੋਲੀਟੀਕਲ ਲੋਕ ਨੇ ਇਹ ਹੁਣ ਕਿਸਾਨਾਂ ਦੇ ਨਾਂ ਤੇ ਰੋਟੀਆਂ ਸੇਕਦੇ ਨੇ, ਰੈਲੀਆਂ ਕਰਦੇ ਨੇ, ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਹਿੱਤ 'ਚ ਕਰ ਰਹੇ, ਕਿਸਾਨ ਰੈਲੀ ਦਾ ਨਾਂ ਦਿੰਦੇ ਨੇ, ਪਰ ਝੰਡੇ ਆਪਣੇ ਹੁੰਦੇ ਉਹਨਾਂ ਦੇ, ਉੱਥੇ ਆਪਣੀਆਂ ਪ੍ਰਾਪਤੀਆਂ ਦੱਸਦੇ ਨੇ, ਦੂਸਰੀ ਸਰਕਾਰ ਦੇ ਅਗੇਂਸਟ ਬੋਲਦੇ ਨੇ। ਉਹ ਬਸ ਉਹਨਾਂ ਦਾ ਇਹੀ ਮਤਲਬ ਹੈ ਕਿ ਉਹਨਾਂ ਨੂੰ 2022 ਨਜ਼ਰ ਆਉਂਦੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਕੋਈ ਗੱਲ ਨਹੀਂ ਹੈ, ਜੋ ਕੋਈ ਕਾਲ ਆਏਗੀ ਸੰਯੁਕਤ ਕਿਸਾਨ ਮੋਰਚੇ ਨੂੰ, ਫਿਰ ਉਹ ਆਪਾਂ ਉਹ ਜ਼ਰੂਰ ਕਾਲ ਦਾ ਸੱਦਾ ਦੇਵਾਂਗੇ। ਪਰ ਹਜੇ ਕੋਈ ਸੰਯੁਕਤ ਵੱਲੋਂ ਨਹੀਂ ਹੈ। ਉਹ ਕੋਈ ਮੁਕਤਸਰ ਸਾਹਿਬ ਵਾਲੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਅਗਰ ਕੀਤਾ ਹੈ
ਤੇ ਉਹਨੂੰ ਵਿਚਾਰਾਂਗੇ ਵੀ ਆਪਾਂ ਬੈਠ ਕੇ, ਜੇ ਉਹ ਅੱਛਾ ਲੱਗਿਆ ਸਾਰਿਆਂ ਨੂੰ ਫਿਰ ਦੇਖਾਂਗੇ ਅੱਗੇ ਕੀ ਕਰਨਾ। ਪਰ ਹਜੇ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਤਰ੍ਹਾਂ ਦੀ ਕੋਈ ਕਾਲ ਨਹੀਂ ਹੈਗੀ। ਰਾਏ ਸਾਹਿਬ ਜੀ ਰਾਏ ਸਾਹਿਬ, ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਜੀ ਮੌਜੂਦ ਨੇ। ਅਕੀਦਾ ਸਾਹਿਬ, ਤੁਸੀਂ ਰਾਏ ਸਾਹਿਬ ਨੂੰ ਕੋਈ ਸਵਾਲ ਰੱਖ ਸਕਦੇ ਹੋ, ਪੁੱਛ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਰਾਏ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਏ ਸਾਹਿਬ, ਤੁਸੀਂ ਕਿਹਾ ਵੀ ਅਸੀਂ ਜਿਹੜੇ ਕਿਸਾਨ ਜਿਹੜੇ ਧਰਨੇ ਪ੍ਰੋਟੈਸਟ ਜੋ ਬੰਦ ਸੀਗੇ, ਟਰੈਕਟਰ ਲਾ ਕੇ ਬੰਦ ਕੀਤਾ ਸੀਗਾ, ਆਮ ਲੋਕਾਂ ਨੂੰ ਪਰੇਸ਼ਾਨੀ ਘੱਟ ਹੋਈ ਆ। ਇਹ ਗੱਲ ਤੁਹਾਡੀ ਵਾਜਬ ਲੱਗੀ ਵੀ ਹਾਂ ਠੀਕ ਹੈ, ਘੱਟ ਹੋਈ ਹੋਏਗੀ। ਪਰ ਜਿਹੜੇ ਸਾਡੇ ਕੋਲ ਰਿਪੋਰਟਾਂ ਆਈਆਂ ਨੇ, ਸੋਸ਼ਲ ਮੀਡੀਆ ਜੋ ਪਿਆ, ਸਾਡੇ ਕੋਲ ਰਿਪੋਰਟਾਂ ਆਈਆਂ ਨੇ, ਜਿਵੇਂ ਕਿ PGI ਨੂੰ ਇੱਕ ਜਾ ਰਿਹਾ ਸੀ, ਇੱਕ ਪਰਿਵਾਰ ਸੀ, ਉਹਦਾ ਪ੍ਰੈਗਨੈਂਟ ਸੀਗੀ, ਦਵਾਈ ਲੈਣ, ਬਹੁਤ ਜ਼ਰੂਰੀ ਦਵਾਈ ਲੈਣ ਚੱਲੇ ਸੀਗੇ ਉਹ, ਤੇ ਰਸਤੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਰੋਕਿਆ ਗਿਆ ਜਾਂਦੇ ਹੋਏ ਚੰਡੀਗੜ੍ਹ। ਤੇ ਇਸ ਤਰ੍ਹਾਂ ਹੀ ਸਾਡੀ ਟੀਮ ਦੇ ਪੱਤਰਕਾਰ ਧਰਮਿੰਦਰ ਹੁਣੀ ਗਏ ਸੀਗੇ ਇੱਥੇ ਕਵਰੇਜ ਕਰਨ ਵਾਸਤੇ, ਉਹਨੂੰ ਰੋਕਿਆ ਗਿਆ ਤੇ ਜਾਣ ਨਹੀਂ ਦਿੱਤਾ ਗਿਆ, ਕਾਰਡ ਮੰਗੇ ਗਏ। ਇਸ ਤਰ੍ਹਾਂ ਹੀ ਹੋਰ ਪੱਤਰਕਾਰ, ਮੈਂ ਪ੍ਰਧਾਨ ਹੈਗਾ ਜਥੇਬੰਦੀ ਦਾ ਪਟਿਆਲੇ ਦਾ, ਤੇ ਬਹੁਤ ਸਾਰੇ ਮੇਰੇ ਕੋਲ ਇਹੋ ਜਿਹੀ ਰਿਪੋਰਟਾਂ ਵੀ ਆਈਆਂ ਕਿ ਪੱਤਰਕਾਰਾਂ ਨੂੰ ਜ਼ਬਰਦਸਤੀ ਰੋਕਿਆ ਗਿਆ, ਤੁਸੀਂ ਜਾ ਨਹੀਂ ਸਕਦੇ। ਪੱਤਰਕਾਰ ਦੀ ਡਿਊਟੀ ਹੁੰਦੀ ਹੈ, ਆਪਣੀ ਪੱਤਰਕਾਰ ਡਿਊਟੀ ਕਰਦਾ ਹੈ। ਤੇ ਇਸ ਤਰ੍ਹਾਂ ਦਾ ਕੀ ਤੁਸੀਂ ਅੱਗੇ ਤੋਂ ਵੀ ਉਹਨਾਂ ਜਿਹੜੇ ਇਹੋ ਜਿਹੇ ਲੋਕ ਵਿੱਚ ਆ ਜਾਂਦੇ ਆ ਜਿਹੜੇ ਕਿ ਸੰਘਰਸ਼ ਨੂੰ ਬਦਨਾਮ ਕਰਦੇ ਆ, ਕੋਈ ਅੱਗੇ ਤੋਂ ਇਹਨਾਂ ਦਾ ਇਕੱਠੇ ਬਹਿ ਕੇ ਮੀਟਿੰਗ ਵਿੱਚ ਕੋਈ ਐਲਾਨ ਕਰੋਗੇ ਕਿ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਆਪਾਂ? ਮੈਂ ਵੀਰ ਜੀ ਇੱਕ ਗੱਲ ਕਵਾਂਗਾ ਕਿ ਇਹ ਦੇਖੋ, ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੀ ਕਾਲ ਨਹੀਂ ਹੁੰਦੀ ਕੋਈ ਵੀ। ਤਾਂ ਪਹਿਲ ਦੇ ਆਧਾਰ ਤੇ ਕਹੀਦਾ ਕਿ ਪੱਤਰਕਾਰ ਭਾਈਚਾਰੇ ਨੂੰ ਕਿਤੇ ਨਹੀਂ ਰੋਕਣਾ। ਪੱਤਰਕਾਰ ਭਾਈਚਾਰਾ ਹੈਗਾ ਤੇ ਸਾਡੀ ਗੱਲ ਉੱਪਰ ਪਹੁੰਚ ਰਹੀ ਨਹੀਂ ਤਾਂ ਨਹੀਂ, ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਜਿੰਨਾ ਚਿਰ ਪ੍ਰੈਸ 'ਚ ਗੱਲ ਨਹੀਂ ਜਾਏਗੀ, ਉਹ ਸਾਡੇ ਰੌਲੇ ਦਾ ਕੋਈ ਫਾਇਦਾ ਨਹੀਂ। ਅਗਰ ਕਿਸੇ ਪੱਤਰਕਾਰ ਭਾਈਚਾਰੇ ਨਾਲ ਇਸ ਤਰ੍ਹਾਂ ਹੋਈ ਹੈ ਤਾਂ ਮਾਫੀ ਚਾਹੁੰਦੇ ਆ। ਜੇਕਰ ਕਿਸੇ PGI ਜਾਂਦੇ ਨੂੰ ਕਿਸੇ ਸੱਜਣ ਨੂੰ ਰੋਕਿਆ ਗਿਆ, ਉਹਨਾਂ ਤੋਂ ਵੀ ਮਾਫੀ ਚਾਹਾਂਗੇ। ਪਰ ਇਹ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਕਿ ਇਹ ਸਾਰੇ ਜਦੋਂ ਕਾਲ ਹੁੰਦੀ ਹੈ ਇਸ ਤਰ੍ਹਾਂ ਦੀ, ਤਾਂ ਉਹ ਕਾਲ ਦੇ ਵਿੱਚ ਮੈਂ ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕਾਲ ਤਾਂ ਸੀਗੀ ਜਥੇਬੰਦੀਆਂ ਵੱਲੋਂ, ਪਰ ਕੁਝ ਪੋਲੀਟੀਕਲ ਪਾਰਟੀਆਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ। ਫਿਰ ਉਹਦੇ ਵਿੱਚ ਕਈ ਲੋਕ ਆ ਵੜਦੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹੁੰਦੇ ਜਾਂ ਜਥੇਬੰਦੀਆਂ ਦੇ ਕਾਲ ਤੇ ਲਾਮਬੰਦ ਨਹੀਂ ਹੁੰਦੇ, ਉਹ ਆਪਣੀ ਮਰਜ਼ੀ ਕਰਦੇ ਨੇ, ਆਪ ਹੁਦਰੇ ਹੋ ਜਾਂਦੇ ਨੇ। ਪਰ ਉਹ ਬਦਨਾਮ ਜ਼ਰੂਰ, ਉਹ ਫਿਰ ਮੋਰਚੇ ਦੀ ਕਾਲ ਹੁੰਦੀ ਹੈ ਜਾਂ ਮੋਰਚਾ ਬਦਨਾਮ ਹੁੰਦਾ। ਪਰ ਅਸੀਂ ਜੇ ਕਿਸੇ ਨੂੰ ਇੱਕਾ ਦੁੱਕਾ ਥਾਂ ਤੇ ਜਾਂ ਹੋਰ ਕਿਸੇ ਜਗ੍ਹਾ ਤੇ ਕਿਸੇ ਲੋਕਾਂ ਨੂੰ ਪਰੇਸ਼ਾਨੀ ਆਈ ਹੋਵੇ ਇਸ ਤਰ੍ਹਾਂ ਐਮਰਜੈਂਸੀ ਵੇਲੇ, ਤੇ ਅਸੀਂ ਉਹਨਾਂ ਤੋਂ ਮਾਫੀ ਵੀ ਚਾਹਾਂਗੇ। ਪਰ ਇਹ ਜ਼ਰੂਰ ਹੈ ਅੱਗੇ ਤੋਂ ਅਸੀਂ ਜਦੋਂ ਕਾਲ ਦੇਵਾਂਗੇ ਤਾਂ ਨਾਲ ਹੀ ਅਪੀਲ ਵੀ ਕਰਾਂਗੇ ਕਿ ਜੇ ਕੋਈ ਹੋਰ ਸਮਰਥਨ ਕਰਨਾ ਵੀ ਚਾਹੁੰਦੇ ਨੇ, ਉਹ ਆਪਣੀਆਂ ਪਾਰਟੀਆਂ, ਭਾਵੇਂ ਰਾਜਨੀਤਿਕ ਪਾਰਟੀਆਂ ਕਈ ਸਮਰਥਨ ਕਰਦੀਆਂ ਨੇ, ਜਦੋਂ ਉਹ ਆਪਣੇ ਵਰਕਰਾਂ ਨੂੰ, ਆਪਣੇ ਕਾਰਕੁਨਾਂ ਨੂੰ ਇਹ ਜ਼ਰੂਰ ਸਮਝਾ ਦੇਣ, ਇਹ ਜ਼ਰੂਰ ਦੱਸ ਦੇਣ ਕਿ ਆਪਾਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਉਹਨੂੰ ਬਿਲਕੁਲ ਇਨ ਬਿਨ ਲਾਗੂ ਕਰਨਾ, ਉਸ ਤੋਂ ਬਾਹਰ ਨਹੀਂ ਜਾਣਾ। ਪ੍ਰੋਟੋਕਾਲ ਤੋਂ ਜੋ ਕਿਹਾ ਜਾਂਦਾ ਉਹੀ ਕੀਤਾ ਜਾਵੇ। ਔਰ ਸਾਡੇ ਬੜੀ ਸਪਸ਼ਟ ਸ਼ਬਦਾਂ 'ਚ ਇਹ ਕਾਲ ਸੀ ਕਿ ਆਪਾਂ ਜਬਰਨ ਕਿਸੇ ਨੂੰ ਤੰਗ ਨਹੀਂ ਕਰਨਾ। ਪਰ ਕਈ ਵਾਰੀ ਹੋ ਜਾਂਦਾ ਆਪ ਉਧਰੇ ਹੋ ਕੇ ਲੋਕ ਕਰਦੇ ਨੇ, ਫਿਰ ਵੀ ਅਸੀਂ ਮਾਫੀ ਚਾਹਾਂਗੇ ਜੀ। ਹਾਂ, ਗਲਤ ਰਾਏ ਸਾਹਿਬ, ਬਈ ਤੁਹਾਡੇ ਨਾ ਹਰ ਇੱਕ ਡਿਸਟ੍ਰਿਕਟ, ਤਹਿਸੀਲ, ਈਵਨ ਕਿ ਹਰ ਪਿੰਡ ਦੇ ਵਿੱਚ ਜਥੇਬੰਦੀ ਦੇ ਕੋਈ ਨਾ ਕੋਈ ਜਥੇਬੰਦੀ ਦੇ ਮੈਂਬਰ ਹੈਗੇ ਆ। ਜ਼ਰੂਰੀ ਨਹੀਂ ਕਿ ਜਥੇਬੰਦੀ ਸਾਰੇ ਜਥੇਬੰਦੀ ਦੇ ਮੈਂਬਰ ਇੱਕ ਜਗ੍ਹਾ ਤੇ ਹੋਣਗੇ। ਤੇ 31 ਜਥੇਬੰਦੀਆਂ ਇਕੱਠੀਆਂ ਆਪਣੀਆਂ ਹੈਗੀਆਂ ਨੇ। ਜਿੱਥੇ ਵੀ ਕੋਈ ਬੰਦ ਹੁੰਦਾ, ਫਰਜ਼ ਕਰ ਲਓ ਬਈ ਕਿਤੇ ਪਟਿਆਲੇ ਵਿੱਚ ਕਿਸੇ ਚੌਂਕ ਤੇ ਬੰਦ ਕੀਤਾ ਗਿਆ, ਉਸ ਬੰਦ ਬਾਰੇ ਪਹਿਲਾਂ ਜਾਰੀ ਹੋਵੇ ਰੋਡ ਮੈਪ ਕਿ ਇਸ ਥਾਂ ਤੇ ਬੰਦ ਹੋਵੇਗਾ ਤੇ ਇਸ ਥਾਂ ਦੇ ਬੰਦ ਦੀ ਫਲਾਣੇ ਬੰਦੇ ਦੀ ਜ਼ਿੰਮੇਵਾਰੀ ਆ ਕਿ ਉੱਥੇ ਗਲਤੀ ਨਾ ਕੋਈ ਹੋਵੇ। ਇਸ ਤਰ੍ਹਾਂ ਦਾ ਤੁਹਾਨੂੰ ਕਰਨਾ ਪੈਣਾ, ਕੀ ਇਸ ਤਰ੍ਹਾਂ ਦਾ ਕਰਨਾ ਚਾਹੋਗੇ ਤੁਸੀਂ? ਅਸੀਂ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ, ਜਦੋਂ ਪਹਿਲਾਂ ਸ਼ੁਰੂ 'ਚ ਅਸੀਂ ਬੰਦ ਕੀਤੇ ਸੀ, ਜਦੋਂ ਪੰਜਾਬ ਬੈਠੇ ਸੀ, ਤਾਂ ਉਦੋਂ ਇਸ ਤਰ੍ਹਾਂ ਕਰਦੇ ਰਹੇ ਸੀ ਚੰਡੀਗੜ੍ਹ ਮੀਟਿੰਗ ਕਰਕੇ, ਔਰ ਕਲੀਅਰ ਕੱਟ ਹੁੰਦਾ ਸੀ ਜਥੇਬੰਦੀਆਂ ਨੂੰ ਇਹ ਕਿਹਾ ਜਾਂਦਾ ਸੀ ਜਦੋਂ ਅਸੀਂ ਕਿਹਾ ਵੀ ਨੈਸ਼ਨਲ ਹਾਈਵੇ ਕੇਬਲ ਬੰਦ ਕਰਨੇ ਆ, ਤੇ ਉਦੋਂ ਅਸੀਂ ਬਿਲਕੁਲ ਪ੍ਰੋਟੋਕੋਲ ਦੇ ਮੁਤਾਬਕ ਏਰੀਆ ਵੰਡ ਕੇ ਦਿੱਤਾ ਸੀ ਵੀ ਇੱਥੇ ਆਹ ਜਥੇਬੰਦੀਆਂ ਕਰਨਗੇ, ਇਹਨਾਂ ਦੀ ਰਿਸਪੌਂਸਿਬਿਲਿਟੀ ਹੋਗੀ, ਇੱਥੇ ਆ ਫਗਵਾੜਾ ਆਹ ਕਰਨਗੇ, ਮੋਗਾ ਆਹ ਕਰਨਗੇ, ਲੁਧਿਆਣਾ ਤੋਂ ਅੱਗੇ ਜਿਹੜਾ ਜਗਰਾਉਂ ਆਹ ਕਰਨਗੇ, ਜਾਂ ਕਿਤੇ ਵੀ ਉਹ ਜਿੱਥੇ ਵੀ ਸੀਗੇ ਉਹ ਅਲੱਗ-ਅਲੱਗ ਜਥੇਬੰਦੀਆਂ ਨੇ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਲਈ ਸੀ। ਉਹਦੇ ਮੁਤਾਬਕ ਫਿਰ ਰਿਸਪੌਂਸਿਬਲ ਹੁੰਦੇ ਨੇ ਉੱਥੇ, ਜੇ ਕੋਈ ਗਲਤ ਗੱਲ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗੱਲ ਹੋਵੇ। ਇਹ ਜ਼ਰੂਰ ਤੁਹਾਡੇ ਵਾਲੀ ਗੱਲ ਬਿਲਕੁਲ ਵਿਚਾਰਨਯੋਗ ਹੈ, ਬਹੁਤ ਅੱਛੀ ਗੱਲ ਹੈ। ਇਹਨੂੰ ਅੱਗੇ ਵਾਰੀ ਆਪਾਂ ਫਿਰ ਜਿਵੇਂ ਅੱਗੇ ਕਰਦੇ ਰਹੇ ਹਾਂ ਲਾਮਬੰਦ ਕਰਕੇ ਤੇ ਆਹ ਸੜਕਾਂ ਤੇ ਕਰਨਾ, ਔਰ ਇੱਥੇ ਆਹ ਰਿਸਪੌਂਸਿਬਲ ਬੰਦੇ ਹੋਣਗੇ, ਉਹਦੇ ਮੁਤਾਬਕ ਕੋਸ਼ਿਸ਼ ਕਰਾਂਗੇ ਜੀ ਕਿ ਇਹ ਬਿਲਕੁਲ ਫਿਰ ਠੀਕ ਰਹੇ, ਕੋਈ ਉਲਾਮੇ ਵਾਲਾ ਥਾਂ ਨਾ ਹੋਵੇ ਜਾਂ ਕੋਈ ਉਲਾਮਾ ਨਾ ਆਵੇ ਜੀ। ਰਾਏ ਸਾਹਿਬ, ਕੀ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ, ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਇਹ, ਤੇ ਪੰਜਾਬ ਤੋਂ ਅੱਗੇ ਵਧਿਆ ਪੂਰੇ ਦੇਸ਼ ਦੇ, ਇਸ ਟਾਈਮ 18-19 ਸਟੇਟਾਂ ਵਿੱਚ ਜਾਂ ਭਾਰਤ ਬੰਦ ਦਾ ਅਸਰ ਹੋਇਆ। ਅਸਰ ਦਾ ਮਤਲਬ ਇਹ ਹੁੰਦਾ ਕਿ ਸਾਰੇ ਬੰਦ ਹੋਣਗੇ, ਅਸਰ ਦਾ ਮਤਲਬ ਹੁੰਦਾ ਕਿ ਸਰਕਾਰ ਤੱਕ ਗੱਲ ਪੁੱਜਦੀ ਕਰਨਾ, ਸਰਕਾਰ ਤੱਕ ਗੱਲ ਪੁੱਜਦੀ ਹੋ ਚੁੱਕੀ ਆ।
ਤੇ ਕੀ ਸਿਆਸੀ ਅਸਰ ਅੰਦਾਜ਼ ਤੋਂ ਦੇਖੀਏ ਪੰਜਾਬ ਵਿੱਚ ਕਿਸਾਨੀ ਅੰਦੋਲਨ ਦਾ ਸਿਆਸੀ ਅਸਰ ਹੋਏਗਾ? ਦੇਖੋ ਮੈਂ ਇਹ ਗੱਲ ਕਹਾਂਗਾ ਜੀ, ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਨਗਰਪਾਲਿਕਾ ਨਗਰ ਨਿਗਮ ਦੀਆਂ ਹੋਈਆਂ ਉਹਦੇ ਵਿੱਚ ਸਿਆਸੀ ਅਸਰ ਹੀ ਦਿਸਿਆ, ਕਿਉਂਕਿ ਕਿਸਾਨਾਂ ਦਾ ਰੋਸ ਸੀ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਤੇ ਫਿਰ ਉਹ ਤੁਸੀਂ ਵੇਖੋ ਉਹਦਾ ਲਾਹਾ ਜ਼ਰੂਰ ਦੂਸਰੀ ਆਪੋਜੀਸ਼ਨ ਪਾਰਟੀ ਲੈ ਜਾਂਦੀ ਆ। ਸਾਡਾ ਤਾਂ ਕਿਸੇ ਨੂੰ ਲਾਹਾ ਪਹੁੰਚਾਉਣਾ ਕੋਈ ਮਕਸਦ ਨਹੀਂ, ਸਾਡੀ ਕੋਈ ਪੋਲੀਟੀਕਲ ਮਨਸ਼ਾ ਨਹੀਂ, ਪਰ ਇਹ ਜ਼ਰੂਰ ਹੁੰਦਾ ਵੀ ਇਹ ਸਿਆਸੀ ਅਸਰ ਹੀ ਹੁੰਦਾ ਹੈ ਕਿ ਜਦੋਂ ਇੱਕ ਪਾਰਟੀ ਨੂੰ ਆਪਾਂ ਕਹਿ ਦਿੰਦੇ ਵੀ ਬਿਲਕੁਲ ਇਹਨੂੰ ਵੋਟ ਨਹੀਂ ਪਾਉਣੀ, ਉਹਦਾ ਫਿਰ ਬਾਕੀਆਂ ਨੂੰ ਫਾਇਦਾ ਮਿਲਦਾ, ਆਪੋਜੀਸ਼ਨ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਵੋਟਰਾਂ ਨੇ ਵੋਟ ਤਾਂ ਕਿਤੇ ਨਾ ਕਿਤੇ ਪਾਉਣੀ ਹੁੰਦੀ ਹੈ, ਫਿਰ ਉਹ ਸਿਆਸੀ ਲਾਹਾ ਬਾਕੀਆਂ ਨੂੰ ਮਿਲ ਜਾਂਦਾ। ਸੋ ਇਸ ਤਰ੍ਹਾਂ ਇਹ ਜ਼ਰੂਰ ਇਹਦਾ ਸਿਆਸੀ ਅਸਰ ਤਾਂ ਹੈ ਹੀ ਜੀ। ਜੇਕਰ ਇਹ 2022 ਤੱਕ ਚੱਲਦਾ ਹੈ ਤੇ ਫਿਰ ਇਹਦਾ ਸਿਆਸੀ ਅਸਰ ਵੇਖਣ ਨੂੰ ਮਿਲੇਗਾ ਹੀ, ਕਿਸੇ ਨਾ ਕਿਸੇ ਜਿਹੜੀ ਪਾਰਟੀ ਆਪੋਜੀਸ਼ਨ ਦੀ ਕੋਈ ਨਾ ਕੋਈ ਫਾਇਦਾ ਲਏਗੀ ਇਹਦੇ ਵਿੱਚੋਂ। ਪਰ ਸਾਡੀ ਕੋਈ ਮਨਸ਼ਾ ਨਹੀਂ, ਅਸੀਂ ਤਾਂ ਇਹ ਕਵਾਂਗੇ, ਅਸੀਂ ਬਾਹਰਲੀਆਂ ਸਟੇਟਾਂ 'ਚ ਵੀ ਜਾਂਦੇ ਹਾਂ, ਹੁਣ ਜਿਵੇਂ ਮੈਂ ਕਲਕੱਤਾ ਜਾ ਕੇ ਆਇਆ 10 ਮਾਰਚ ਨੂੰ ਬੰਗਾਲ ਦੇ ਵਿੱਚ। ਸੋ ਇਸ ਤਰ੍ਹਾਂ ਜਦੋਂ ਅਸੀਂ ਜਾਂਦੇ ਅਸੀਂ ਉੱਥੇ ਕਹਿੰਦੇ ਹਾਂ ਕਿ ਬੀਜੇਪੀ ਨੂੰ ਵੋਟ ਨਾ ਪਾਓ। ਕਈ ਵਾਰੀ ਮੋਰੇ ਕੁਐਸਚਨ ਪੁੱਛਦੇ ਨੇ, ਸਾਡੇ ਪੱਤਰਕਾਰ ਭਾਈਚਾਰਾ ਪੁੱਛਦਾ ਕਿ ਫਿਰ ਤੁਸੀਂ ਕਿਹਨੂੰ ਕਹਿੰਦੇ ਹੋ ਪਾਓ, ਦੱਸੋ ਤੁਸੀਂ। ਪਰ ਅਸੀਂ ਇਹੀ ਜਵਾਬ ਦੇਈਦਾ ਕਿ ਸਾਡੀ ਮਨਸ਼ਾ ਕੋਈ ਨਹੀਂ, ਵੀ ਕਿਸੇ ਪਰਸਨਲ ਕਿਸੇ ਨਾਲ ਸਾਡੀ ਕੋਈ ਅਟੈਚਮੈਂਟ ਨਹੀਂ। ਤੁਸੀਂ ਜਿਹਨੂੰ ਠੀਕ ਲੱਗਦਾ, ਜਿਹੜਾ ਇਹਨੂੰ ਬੀਜੇਪੀ ਨੂੰ ਹਰਾ ਸਕੇ ਉਹਨੂੰ ਵੋਟ ਪਾ ਦਿਓ, ਪਰ ਸਾਡੀ ਕੋਈ ਪੋਲੀਟੀਕਲ ਮਨਸ਼ਾ ਨਹੀਂ, ਨਾ ਅਸੀਂ ਕਿਸੇ ਨੂੰ ਸਪੈਸ਼ਲ ਕਹਿੰਦੇ ਆ ਵੀ ਇਸ ਪਾਰਟੀ ਨੂੰ ਵੋਟ ਦਿਓ। ਸਾਡਾ ਇਹ ਪੋਲੀਟੀਕਲ ਲੋਕ ਸਾਰੇ ਹੀ ਜਿੰਨੇ ਨੇ, ਇਹ ਸਾਰਿਆਂ ਦਾ ਹੀ ਸਿਆਪਾ ਜਿਹੜਾ ਸਾਡੇ ਗਲ ਪਾਇਆ ਹੋਇਆ, ਇਹ ਇਹਨਾਂ ਦਾ ਹੀ ਆ ਪੰਗਾ ਸਾਰਾ ਸੇੜਿਆ ਹੋਇਆ ਹੁਣ ਤੱਕ। ਜੇ ਇਹ ਬੋਲਣ ਵਾਲੇ ਹੁੰਦੇ ਉੱਥੇ ਸੈਂਟਰ ਦੇ ਵਿੱਚ ਉਦੋਂ ਦੇ, ਤਾਂ ਆਹ ਗੱਲਾਂ ਹੁਣ ਤੱਕ ਕਿਸਾਨ ਨੂੰ ਸੜਕਾਂ ਤੇ ਨਾ 8 ਮਹੀਨੇ ਤੋਂ ਰੋਲਣਾ ਪੈਂਦਾ। ਸੋ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਪਰ ਚਲੋ ਅਸੀਂ ਇਹ ਕਵਾਂਗੇ ਇਹਦੇ ਵਿੱਚ ਕੋਈ ਨਾ ਕੋਈ ਲਾਹਾ ਤਾਂ ਜ਼ਰੂਰ ਲੈ ਜਾਂਦਾ, ਪਰ ਸਾਡੀ ਕੋਈ ਮਨਸ਼ਾ ਨਹੀਂ ਪੋਲੀਟੀਕਲ। ਅਸੀਂ ਕੋਈ ਨਹੀਂ ਕਹਿੰਦੇ ਸਪੈਸ਼ਲ ਕਿਸੇ ਪਾਰਟੀ ਨੂੰ ਦਿਓ, ਪਰ ਪੋਲੀਟੀਕਲ ਇਹਦਾ ਲਾਹਾ ਜ਼ਰੂਰ, ਪੋਲੀਟੀਕਲ ਅਸਰ ਜ਼ਰੂਰ ਹੁੰਦਾ ਜੀ। ਰਾਏ ਸਾਹਿਬ, ਤੁਸੀਂ ਹਮੇਸ਼ਾ ਤੁਸੀਂ ਵੀ ਕਹਿ ਰਹੇ ਹੋ, ਕਿਸਾਨ ਹੋਰ ਆਗੂ ਵੀ ਕਹਿ ਰਹੇ ਨੇ ਕਿ ਅਸੀਂ ਰਾਜਨੀਤੀ ਵਿੱਚ ਹਿੱਸਾ ਨਹੀਂ ਲਵਾਂਗੇ, ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਕਿਸੇ ਦੇ ਪੱਖ 'ਚ ਵੋਟ ਪਾਓ। ਪਰ ਜਦੋਂ ਤੱਕ ਕਹਿੰਦੇ ਕੋਈ ਖਿਡਾਰੀ ਮੈਦਾਨ 'ਚ ਕੁੱਦਦਾ ਨਹੀਂ, ਆਪ ਨਹੀਂ ਕੁੱਦਦਾ ਹੈਗਾ, ਉਦੋਂ ਤੱਕ ਜਿੱਤ ਦਾ ਸਿਹਰਾ ਕਿਵੇਂ ਉਹਦੇ ਅਸਰ ਬਣ ਸਕਦਾ? ਆਪਾਂ ਕਹਿ ਦਿੰਦੇ ਹਾਂ ਪੋਲਿਟਿਕਸ ਮਾੜੀ ਹੈਗੀ ਆ, ਅਸੀਂ ਪੋਲਿਟਿਕਸ ਵਿੱਚ ਨਹੀਂ ਆਉਣਾ, ਪਰ ਪੋਲਿਟਿਕਸ ਨੂੰ ਕਰਨ ਵਾਲੇ ਲੋਕ ਤੁਹਾਡੇ ਖਿਲਾਫ ਹੁਣ ਕਾਨੂੰਨ ਲੈ ਕੇ ਆ ਰਹੇ ਆ। ਜੇ ਤੁਸੀਂ ਉੱਥੇ ਬੈਠੇ ਹੁੰਦੇ, ਜੇ ਤੁਹਾਡੇ ਨੁਮਾਇੰਦੇ ਉੱਥੇ ਜਿੱਤ ਕੇ ਗਏ ਹੁੰਦੇ, ਤਾਂ ਉਹ ਤੁਸੀਂ ਤੁਹਾਡਾ ਨੁਮਾਇੰਦਾ ਗੱਲ ਕਰਦਾ ਤੁਹਾਡੀ ਉੱਥੇ, ਕੀ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਕਿਸਾਨਾਂ ਨੂੰ? ਦੇਖੋ ਮੈਂ ਇਹ ਗੱਲ ਕਹਾਂਗਾ ਜੀ, ਭਈ ਕੋਈ ਗੱਲ ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਵਾਜਬ ਹੈ। ਜੇ ਕੋਈ ਸਾਡਾ ਉੱਥੇ ਬੈਠਾ ਹੁੰਦਾ ਹੈ, ਬੇਸ਼ੱਕ ਸਾਡਾ ਹੋਣ ਦਾ ਦਾਅਵਾ ਕਰਦੇ ਨੇ ਪੋਲੀਟੀਕਲ ਲੋਕ, ਪਰ ਇਹ ਸਾਡੇ ਹੈ ਨਹੀਂ। ਜੇ ਸਾਡਾ ਕੋਈ ਬੈਠਾ ਹੁੰਦਾ ਤੇ ਬਿਲਕੁਲ ਉੱਥੇ ਇਹ ਜਵਾਬ ਬਿਲਕੁਲ ਠੋਕ ਕੇ ਦਿੰਦਾ ਸਰਕਾਰ ਨੂੰ, ਭੜਥੂ ਪਾਉਂਦਾ ਜੀ ਉੱਥੇ। ਜਿਵੇਂ ਹੁਣ ਸੜਕਾਂ ਤੇ ਰੌਲਾ ਪੈ ਰਿਹਾ, 8 ਮਹੀਨੇ ਤੋਂ ਸੜਕਾਂ ਤੇ ਬੈਠੇ ਆ, ਉੱਥੇ ਬਹਿ ਜਾਂਦਾ ਭਾਵੇਂ ਜੇ ਸਾਡਾ ਕੋਈ ਨੁਮਾਇੰਦਾ ਹੁੰਦਾ ਇਹਨਾਂ ਦੇ ਸਦਨ ਦੇ ਅੰਦਰ ਹੀ। ਪਰ ਕਾਰਨ ਇਹ ਆ ਵੀ ਇਹ ਲੋਕ ਜਦੋਂ ਪੋਲੀਟੀਕਲ ਲਾਈਨ 'ਚ ਵੜ ਜਾਂਦੇ ਨੇ ਫਿਰ ਉਹੋ ਜਿਹੇ ਹੋ ਜਾਂਦੇ ਨੇ। ਇਹ ਤੁਹਾਡੀ ਗੱਲ ਵਾਜਬ ਹੈ ਕਿ ਜੇਕਰ ਕੋਈ ਨਾ ਕੋਈ ਤਾਂ ਸਾਡੀ ਆਵਾਜ਼ ਚੁੱਕਣ ਵਾਲਾ ਉੱਥੇ ਚਾਹੀਦਾ ਹੈ, ਪਰ ਕੋਈ ਨਹੀਂ। ਵੇਖੋ ਇਹ ਲੋਕਾਂ ਨੇ ਵੇਖਣਾ ਹੁੰਦਾ ਹੈ, ਇਹ ਲੋਕ ਰਹਿ ਨਾ ਸਰਕਾਰਾਂ ਬਣਦੀਆਂ ਨੇ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜੇ ਆਪਾਂ ਇੱਕ ਮੁੱਠ ਹੈ, ਇੱਕ ਜੁੱਟ ਹੈ, ਤੇ ਮੇਰਾ ਇਹ ਵਾਰ-ਵਾਰ ਕਹਿਣਾ ਹੁੰਦਾ ਹੈ ਕਿ ਜੇਕਰ ਅੱਜ ਆਪਾਂ ਪ੍ਰਧਾਨ ਮੰਤਰੀ ਦੇ ਗੱਲ ਨੂੰ ਹੱਥ ਪਾ ਸਕਦੇ ਹਾਂ ਇੱਕ ਤਰ੍ਹਾਂ ਦਾ, ਉਹ ਉੱਥੇ ਜਾ ਕੇ ਸੜਕਾਂ ਦੱਬ ਸਕਦੇ ਹਾਂ, ਹਾਈਵੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਏ ਨੇ, ਕਬਜ਼ਾ ਕਰਕੇ ਬੈਠੇ ਹਾਂ ਆਪਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਸਰਕਾਰ ਦੇ ਵਿੱਚ ਕੋਈ ਵੀ ਪਾਰਟੀ ਦੇਵੇ, ਉਹਨਾਂ ਦੇ ਗੱਲ ਨੂੰ ਹੱਥ ਪਾ ਲਵਾਂਗੇ, ਆਪਾਂ ਗੱਲ ਨੂੰ ਹੱਥ ਪਾ ਲਾਂਗੇ। ਜੇਕਰ ਕੱਲ੍ਹ ਨੂੰ ਉਹ ਲੋਕਾਂ ਨੂੰ ਪਰੇਸ਼ਾਨ ਕਰਨਗੇ, ਆਮ ਵਰਗ ਨੂੰ ਪਰੇਸ਼ਾਨ ਕਰਨਗੇ, ਕਿਸਾਨਾਂ ਨੂੰ ਪਰੇਸ਼ਾਨ ਕਰਨਗੇ, ਸਾਡੀ ਏਕਤਾ ਚਾਹੀਦੀ ਹੈ। ਬਾਕੀ ਜਿਹੜੀ ਹੈਗੀ ਉਹ ਲੋਕ ਰਾਏ ਦੇ ਨਾਲ ਸਾਰੇ ਕੰਮ ਹੁੰਦੇ ਨੇ। ਪਹਿਲਾਂ ਆਪਾਂ ਇਹ ਅੰਦੋਲਨ ਨੂੰ ਜਿੱਤੀਏ, ਫਿਰ ਵੇਖਾਂਗੇ ਜੀ ਇਹ ਕੀ ਬਣਦਾ ਪੰਜਾਬ ਦਾ ਤੇ ਬਾਕੀ ਕੀ ਬਣਦਾ। ਪਰ ਇਹ ਹਾਲ ਦੀ ਕੇਵਲ ਤਾਂ ਕੇਵਲ ਸਾਡਾ ਇੱਕੋ ਟਾਰਗੇਟ ਹੈ ਕਿ ਅੰਦੋਲਨ ਦੀ ਜਿੱਤ ਹੋਣੀ ਚਾਹੀਦੀ ਹੈ, ਇਹ ਸਾਰੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਰਾਏ ਸਾਹਿਬ, ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਤੁਹਾਡੇ? ਅਗਲੇ ਐਲਾਨ ਕੀ ਰਹਿਣ ਵਾਲੇ ਨੇ? ਕਿਉਂਕਿ ਭਾਰਤ ਬੰਦ ਦਾ ਸੱਦਾ ਸੀ, ਪੂਰਾ ਸਮਰਥਨ ਮਿਲਿਆ, ਇਸ ਤੋਂ ਬਾਅਦ ਜਿਹੜੇ ਨੇ ਕੀ ਐਲਾਨ ਨੇ ਤੁਹਾਡੇ ਵੱਡੇ? ਇਸ ਤੋਂ ਅਗਲੇ ਐਲਾਨ ਜੀ ਹੁਣ ਮੀਟਿੰਗ ਸਾਡੀ ਹੋਏਗੀ ਸੰਯੁਕਤ ਕਿਸਾਨ ਮੋਰਚੇ ਦੀ, 1-2 ਦਿਨਾਂ ਦੇ ਵਿੱਚ ਹੋ ਜਾਏਗੀ। ਇੱਕ ਤਾਂ ਇਹਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ ਕਿ ਹੁਣ ਤੱਕ ਆਪਾਂ ਜਿਹੜਾ ਇਹ ਬੰਦ ਦੇ ਵਿੱਚ ਕੀ ਮਤਲਬ ਹੁਣ ਤੱਕ ਕੀ ਕੁਰੀਤੀਆਂ ਰਹੀਆਂ, ਕੀ ਕਮੀਆਂ ਰਹੀਆਂ, ਉਹਨੂੰ ਆਪਾਂ ਕਿਵੇਂ ਦੂਰ ਕਰਨਾ ਹੈ। ਸੋ ਇਹ ਸਾਰੀ ਮੀਟਿੰਗ ਦੇ ਵਿੱਚ ਚਰਚਾ ਕਰਕੇ ਅਗਲੀ ਕਾਲ ਬਾਰੇ ਵੀ ਹੁੰਦੀ ਹੈ ਗੱਲ, ਵੀ ਹੁਣ ਇਸ ਤੋਂ ਅਗਲੀ ਕਾਲ ਕਿਹੜੀ ਆਪਾਂ ਦੇਣੀ ਹੈ। ਹੋ ਸਕਦੀ ਹੈ ਤੋਂ ਅਗਲੀ ਕਾਲ ਕੋਈ ਐਕਸ਼ਨ ਦੀ ਆਵੇ, ਵਧੀਆ ਆਵੇ। ਸੋ ਇਸ ਤਰ੍ਹਾਂ ਉਹ ਹੁਣ ਮੀਟਿੰਗ ਦੇ ਵਿੱਚ ਹੀ ਤੈਅ ਹੋਏਗਾ ਜੀ। ਹਾਲ ਦੀ ਘੜੀ ਤਾਂ ਇਹੀ ਕਾਲ ਸੀਗੀ ਵੱਡੀ ਜਿਹੜੀ ਭਾਰਤ ਬੰਦ ਦੀ। ਅਗਲੀ ਕਾਲ ਜਿਹੜੀ ਆ ਉਹ ਕੋਈ ਨਾ ਕੋਈ ਜਲਦ ਜ਼ਰੂਰ ਹੋਵੇਗੀ, ਔਰ ਕੋਈ ਨਾ ਕੋਈ ਐਕਸ਼ਨ ਵਾਲੀ ਕੋਸ਼ਿਸ਼ ਕਰ ਰਹੇ ਹਾਂ ਵਿੱਚੋਂ, ਕਿਉਂਕਿ ਅਸੀਂ ਮੈਂ ਤੇ ਕਹਿ ਸਕਦਾ ਕਿ ਨੌਜਵਾਨਾਂ ਦੇ ਵਿੱਚ ਵੀ ਸ਼ਾਮਲ ਹਾਂ ਤੇ ਬਜ਼ੁਰਗਾਂ 'ਚ ਵੀ ਸ਼ਾਮਲ ਹਾਂ। ਮੇਰੀ 47 ਈਅਰ ਮੇਰੀ ਏਜ ਹੈ। ਸੋ ਮੈਂ ਇਹ ਸਮਝਦਾ ਵੀ ਅਸੀਂ ਨੌਜਵਾਨਾਂ 'ਚ ਵੀ ਬਹਿ ਲਈਦਾ। ਸੋ ਅਸੀਂ ਤਾਂ ਕਹੀਦਾ ਕੋਈ ਐਕਸ਼ਨ ਪਲਾਨ ਦਿਓ ਜੀ, ਦਿਓ ਐਕਸ਼ਨ ਪਲਾਨ ਦਿਓ, ਸਾਡੀ ਤਾਂ ਆਵਾਜ਼ ਇਹੀ ਰਹਿੰਦੀ ਹੈ।
ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ, ਕਿਉਂਕਿ ਹੁਣ ਇਕੱਲੇ ਪੰਜਾਬ ਦਾ ਨਹੀਂ ਇਹ ਮਸਲਾ, ਪੂਰੇ ਭਾਰਤ ਦਾ ਮਸਲਾ ਹੈ, ਪੂਰੇ ਭਾਰਤ ਦੀਆਂ ਜਥੇਬੰਦੀਆਂ ਬਹਿੰਦੀਆਂ ਨੇ, ਉਹਦੇ ਵਿੱਚ ਫਿਰ ਜਿਹੜੀ ਕਾਲ ਪਾਸ ਹੋਏਗੀ ਉਹ ਆਪਾਂ ਇਕੱਲੇ ਨਹੀਂ ਕਰ ਸਕਦੇ। ਸਾਡਾ ਤਾਂ ਹੈ ਵੀ ਕੋਈ ਵੱਡਾ ਐਕਸ਼ਨ ਦਿੱਤਾ ਜਾਵੇ, ਪਰ ਕੋਈ ਨਾ ਕੋਈ ਜ਼ਰੂਰ ਕਾਲ ਆਏਗੀ, ਉਹ ਹੁਣ ਸੰਯੁਕਤ ਕਿਸਾਨ ਮੋਰਚੇ 'ਚ ਵਿਚਾਰੀ ਜਾਏਗੀ ਤਾਂ ਫਿਰ ਹੀ ਕਾਲ ਦਿੱਤੀ ਜਾਏਗੀ। ਰਾਏ ਸਾਹਿਬ, ਜੇਕਰ ਅਗਲਾ ਕੋਈ ਵੱਡਾ ਐਲਾਨ ਹੁੰਦਾ ਉਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਤੁਹਾਡੇ ਨਾਲ ਹੋ ਕੇ ਚੱਲਦਾ, ਜਾਂ ਫਿਰ ਵੱਖਰੇ ਤੌਰ ਤੇ ਜਿਵੇਂ ਅਕਸਰ ਹੀ ਦੇਖਿਆ ਗਿਆ ਸ਼ੁਰੂਆਤੀ ਦੌਰ ਤੋਂ ਹੀ ਕਿ ਉਹ ਵੱਖਰੇ ਹੋ ਕੇ ਚੱਲਦੇ ਨੇ, ਜਿਵੇਂ ਹੁਣ ਵੀ ਉਹਨਾਂ ਦੇ ਵੱਲੋਂ ਭਾਵੇਂ ਕਿ ਹਮਾਇਤ ਜ਼ਰੂਰ ਕਰਦੇ ਨੇ ਪਰ ਵੱਖਰੇ ਹੋ ਕੇ ਚੱਲਦੇ ਨੇ, ਅਗਲੀ ਕਾਲ ਦੇ ਵਿੱਚ ਨਾਲ ਹੋ ਕੇ ਚੱਲਣਗੇ? ਦੇਖੋ, ਇੱਕ ਮੈਂ ਤਾਂ ਇਹ ਕਹਾਂਗਾ ਵੀਰ ਜੀ ਵੀ ਆਪਾਂ ਨੂੰ ਇਮਰਾਨ ਜੀ ਇੱਕ ਹੋ ਜਾਣਾ ਚਾਹੀਦਾ ਹੈ, ਕੋਈ ਗੱਲ ਨਹੀਂ, ਪਰ ਕਈ ਵਾਰੀ ਹੁੰਦਾ ਹੈ ਕਿ ਵਿੱਚ ਜਿਹੜਾ ਜੋ ਵਾਕਿਆ 26 ਵਾਲਾ ਹੋਇਆ, ਉਹ ਕਈ ਵਾਰੀ ਉਹ ਮਨਾਂ 'ਚ ਬੜੇ ਰੋਸ ਪੈਦਾ ਹੋਏ ਕਿ ਉਹ ਜਥੇਬੰਦੀ ਸਾਡੇ ਤੋਂ ਵੱਖਰੀ ਰਹੀ, ਉਹਦੇ ਵਿੱਚ ਉਹਨਾਂ ਦਾ ਵੱਖਰਾ ਏਜੰਡਾ ਸੀਗਾ। ਜਦੋਂ ਉਹ ਆਖਾ ਨਹੀਂ ਕਈ ਵਾਰੀ ਮੰਨਦੇ, ਫਿਰ ਕਈ ਵਾਰੀ ਮਨ ਦੇ ਵਿੱਚ ਮਹਿਸੂਸ ਹੁੰਦਾ ਕਿ ਇਹਨਾਂ ਨੇ ਆਖਾ ਬਾਕੀਆਂ ਦਾ ਨਹੀਂ ਮੰਨਿਆ, ਪਰ ਕੋਈ ਗੱਲ ਨਹੀਂ। ਮੈਂ ਕਹੂੰਗਾ ਹੁਣ ਜਿਹੜੀਆਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਗਾਹਾਂ ਸਾਨੂੰ ਇੱਕ ਹੋਣਾ ਚਾਹੀਦਾ, ਤੁਹਾਡੇ ਵੱਲੋਂ ਰਾਏ ਸਾਹਿਬ ਕੋਈ ਕੋਸ਼ਿਸ਼ਾਂ ਸਰਕਾਰ ਨੂੰ ਵੀ ਸੰਦੇਸ਼ ਦਿੱਤਾ ਜਾਣਾ ਚਾਹੀਦਾ ਕਿ ਸਾਰੇ ਇਕਮੁੱਠ ਨੇ, ਇਕਜੁੱਟ ਨੇ, ਕੋਈ ਐਡੀ ਗੱਲ ਨਹੀਂ, ਗਲਤੀ ਕਿਸੇ ਕੋਲੋਂ ਵੀ ਹੋ ਸਕਦੀ, ਸਾਡੇ ਕੋਲੋਂ ਵੀ ਹੋ ਸਕਦੀਆਂ, ਉਹਨਾਂ ਗਲਤੀਆਂ ਨੂੰ ਪਿੱਛੇ ਸੁੱਟ ਕੇ ਹੁਣ ਆਉਣ ਵਾਲੇ ਸਮੇਂ 'ਚ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ। ਮੇਰੀ ਭਾਵਨਾ ਪਰਸਨਲੀ, ਮੇਰੀ ਇਕੱਲੇ ਦੀ ਤਾਂ ਇਹੀ ਹੈ। ਬਾਕੀ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਇਹ ਰੱਖਾਂਗੇ ਵੀ ਆਪਾਂ ਸਾਰੇ ਇਕੱਠੇ ਹੋਈਏ, ਉਹਨਾਂ ਨੂੰ ਵੀ ਕਹੀਏ ਵੀ ਭਾਈ ਤੁਸੀਂ ਜੇ ਗਾਹਾਂ ਤੋਂ ਕਿਸੇ ਪ੍ਰੋਟੋਕੋਲ ਤੋਂ ਬਾਹਰ ਨਹੀਂ ਜਾਣਾ ਤਾਂ ਫਿਰ ਤੁਸੀਂ ਨਾਲ ਹੋ ਕੇ ਚੱਲੋ। ਮੇਰੀ ਭਾਵਨਾ ਪਰਸਨਲੀ ਇਹ ਆ, ਮੈਂ ਗੱਲ ਰੱਖਾਂਗਾ ਵੀ। ਬਾਕੀ ਉਹ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲੈਣਾ ਕਿ ਉਹਨਾਂ ਨੇ ਨਾਲ ਚੱਲਣਾ ਜਾਂ ਨਹੀਂ ਚੱਲਣਾ, ਉਹਨਾਂ ਨੇ ਵੀ ਆਪਣੇ ਵੱਲੋਂ ਯਕੀਨ ਦਿਵਾਉਣਾ ਚੱਲਣਾ ਜਾਂ ਨਹੀਂ ਚੱਲਣਾ, ਇਹ ਹੋਰ ਦੱਸ ਸਕਦੇ ਨੇ। ਤੇ ਬਾਕੀ ਮੈਂ ਵੀ ਸੰਯੁਕਤ ਕਿਸਾਨ ਮੋਰਚੇ ਤੋਂ ਵਾਅਦਾ ਦੱਸ ਸਕਦਾ, ਪਰ ਮੇਰੀ ਪਰਸਨਲੀ ਰਾਏ ਇਹ ਹੈ ਕਿ ਕੋਈ ਗੱਲ ਨਹੀਂ, ਕੁਰੀਤੀਆਂ ਹੋ ਜਾਂਦੀਆਂ, ਵਿੱਚ ਕਮੀਆਂ ਰਹਿ ਜਾਂਦੀਆਂ, ਪਰ ਆਪਾਂ ਪਿਛਲੀਆਂ ਕਮੀਆਂ ਨੂੰ ਛੱਡ ਕੇ ਅੱਗੇ ਤੋਂ ਇਕੱਠੇ ਹੋ ਜਾਈਏ। ਮੇਰੀ ਭਾਵਨਾ ਇਹੀ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਧੰਨਵਾਦ, ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।